ਇਹ ਜਗ੍ਹਾ ਵੀ ਸੀ ਜਿਹੜੀ ਇਹ ਪ੍ਰਾਈਵੇਟ ਲੋਕਾਂ ਦੇ ਕਬਜ਼ੇ ਦੇ ਵਿੱਚ ਸੀ। ਇਸ ਦੇ ਵਿੱਚ ਵੀ ਲੋਕਾਂ ਨੇ ਤੂੜੀ ਵੀ ਪਾਈ ਵੀ ਸੀ, ਮੱਝਾਂ ਵੀ ਬੰਨ੍ਹਦੇ ਸੀ। ਔਰ ਬਿਲਕੁਲ ਮੈਂ ਤੁਹਾਨੂੰ ਹੋਰ ਦੱਸਦਾ ਜੀ ਕਿ ਸਾਡਾ ਲਾਲਚ ਦੀ ਇੱਕ ਐਸੀ ਇੰਤਹਾ ਹੈਗੀ ਆ। ਉਹ ਲਾਲਚ ਇੱਥੇ ਤੱਕ ਵੱਧ ਗਿਆ ਕਿ ਜਿਸ ਦੇ ਕਬਜ਼ੇ ਦੇ ਵਿੱਚ ਇਹ ਜਗ੍ਹਾ ਸੀ ਉਸਨੇ ਉਹ ਉੱਪਰਲੀ ਜਗ੍ਹਾ ਦੇ ਉੱਤੇ ਬੜੇ ਘਾਣ ਹੁੰਦੇ ਆ ਜਿਹੜੇ ਉਹ ਮਾਰ ਕੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਆ। ਉਹ ਹੈਮਰਾਂ ਦੇ ਨਿਸ਼ਾਨ ਆ ਉੱਥੇ ਉੱਪਰ ਟੌਪ ਦੇ ਉੱਤੇ ਟੀਸੀ ਦੇ ਉੱਤੇ। ਇੱਥੇ ਇਹ ਸਾਰੀ ਆਲੇ ਦੁਆਲੇ ਜਿਹੜੀ ਜ਼ਮੀਨ ਸੀ ਨਾ ਇਹ ਜ਼ਮੀਨ ਵੀ ਉਸੇ ਦੀਵਾਨ ਟੋਡਰਮਲ ਦੀ ਸੀ। ਇਹ ਬਾਅਦ ਦੇ ਵਿੱਚ ਅਲਾਟਮੈਂਟਾਂ ਹੋ ਗਈਆਂ। ਅਲਾਟਮੈਂਟਾਂ ਦੇ ਵਿੱਚ ਕੋਈ ਕਿਸੇ ਨੂੰ ਜ਼ਮੀਨ ਪੈ ਗਈ ਆ, ਨਾਲ ਵਾਲੀ ਜ਼ਮੀਨ ਵੀ ਜਿਹੜੀ ਹੈਗੀ ਆ ਉਹ ਪਿਛਲੇ ਪਾਸੇ ਜਿਹੜਾ ਇਹ ਹਵੇਲੀ ਦੇ ਵਿੱਚ ਆ ਪਾਣੀ ਆ ਚਵੱਚਾ ਬਣਾਇਆ ਵਾ ਹੈਗਾ, ਜਿਹੜਾ ਉਹਨੇ ਆਪਣਾ ਸਵਿਮਿੰਗ ਪੂਲ ਕਹਿ ਲਓ, ਜਾਂ ਇਹਦੀਆਂ ਕੰਧਾਂ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਏਅਰ ਕੰਡੀਸ਼ਨ ਚਲਾਉਂਦਾ ਸੀ। ਜਿਹੜਾ ਪਿਛਲੇ ਪਾਸੇ ਤੋਂ ਖੂਹ ਤੋਂ ਪਾਣੀ ਆਉਂਦਾ ਸੀ ਉਹ ਖੂਹ ਵੀ ਜਿਹੜਾ ਹੈਗਾ ਕਿਸੇ ਦੇ ਕਬਜ਼ੇ ਦੇ ਵਿੱਚ ਹੈਗਾ। ਅੱਜ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਵਿਰਾਸਤ ਨੂੰ ਬਚਾਉਣ ਵਾਸਤੇ ਇੱਕ ਪੂਰੀ ਦਿਹਾੜੀ ਦੇ ਵਿੱਚ ਇੱਕ ਸੀਮਿੰਟ ਦਾ ਜਿਹੜਾ ਚੂਨੇ ਦਾ ਜਿਹੜਾ ਤਸਲਾ ਉਹਦੇ ਨਾਲ ਸਾਰੀ ਦਿਹਾੜੀ ਲੰਘ ਜਾਂਦੀ ਆ। ਮਤਲਬ ਇੰਨਾ ਬਰੀਕੀ ਨਾਲ ਇਹਦੇ 'ਚ ਕੰਮ ਕਰਨਾ ਪੈਂਦਾ। ਤੁਸੀਂ ਉੱਪਰ ਵੀ ਦੇਖੋਗੇ, ਇਹਦੇ ਉੱਪਰ ਨਾ ਉਹ ਦੇਖੋ ਜਿੱਥੇ ਤੋਂ ਜਿਹੜੀ ਚੀਜ਼ ਉਤਰ ਗਈ ਉਹ ਉਤਰ ਗਈ, ਜਿਹੜੀ ਚੀਜ਼ ਰਹਿ ਗਈ ਉਹਨੂੰ ਪ੍ਰੀਜ਼ਰਵ ਕਰਿਆ ਗਿਆ। ਆਹ ਕੰਧ ਫਟ ਰਹੀ ਸੀ, ਇਹਦੇ ਵਿੱਚ ਹੁੱਕਾ ਲਾ ਕੇ ਇਹਨੂੰ ਜਿਹੜਾ ਹੈਗਾ ਕੰਧ ਨੂੰ ਰੋਕਿਆ ਗਿਆ। ਆਹ ਡਾਟ ਢਹਿ ਰਹੀ ਸੀ, ਇਸ ਦੇ ਵਿੱਚ ਇੱਕ ਗਲੂ ਭਰ ਕੇ ਇਹਨੂੰ ਜਿਹੜਾ ਹੈਗਾ ਰੁਕਿਆ ਗਿਆ। ਇਹ ਹਵੇਲੀ ਆਪਾਂ 400 ਸਾਲ ਤਕਰੀਬਨ ਪੁਰਾਣੀ ਆ, 400 ਤੋਂ ਵੀ ਵੱਧ ਸਾਲ ਪੁਰਾਣੀ ਹੈਗੀ। ਮਤਲਬ ਇਹਦੇ ਖੰਡਰ ਬਣਨ ਦੇ ਪਿੱਛੇ ਕਾਰਨ ਕੀ ਨੇ? ਸਿੱਖ ਸੰਸਥਾਵਾਂ ਨੇ ਸਾਰ ਨਹੀਂ ਲਈ ਜਾਂ ਕੀ ਗੱਲਬਾਤ ਕੀ ਸੀਗੀ? ਰੌਲਾ ਵੀ ਪੈਂਦਾ ਰਿਹਾ ਕਿੰਨੀ ਵਾਰ ਪਿਆ ਵੀ ਹਾਂ ਇਹਦੀ ਕਾਰ ਸੇਵਾ ਜਿਹੜੀ ਸ਼ੁਰੂ ਹੋ ਚੁੱਕੀ ਆ ਜਾਂ ਹੋਣੀ ਆ। ਮੈਂ ਸਮਝਦਾ ਕਿ ਸਾਰੇ ਹੀ ਜ਼ਿੰਮੇਵਾਰ ਆ, ਅਸੀਂ ਵੀ ਜ਼ਿੰਮੇਵਾਰ ਹਾਂ, ਤੁਸੀਂ ਵੀ ਜ਼ਿੰਮੇਵਾਰ ਹੈ, ਸ਼੍ਰੋਮਣੀ ਕਮੇਟੀ ਵੀ ਜ਼ਿੰਮੇਵਾਰ ਹੈ। ਪਰ ਮੈਂ ਇਹ ਸਮਝਦਾ ਕਿ ਚੰਗਾ ਕੰਮ ਜਦੋਂ ਤੋਂ ਸ਼ੁਰੂ ਹੋ ਗਿਆ ਉਦੋਂ ਤੋਂ ਹੀ ਮੈਂ ਸਮਝਦਾ ਕਿ ਇੱਕ ਸ਼ੁਰੂਆਤ ਹੈਗੀ ਆ। ਸਾਡੀਆਂ ਪੁਸ਼ਤਾਂ ਨਸਲਾਂ ਜਿਹੜੀਆਂ ਅੱਜ ਸਿਰਫ ਇੱਥੇ ਫੋਟੋਆਂ ਖਿੱਚਦੀਆਂ ਫਿਰਦੀਆਂ, ਉਹਨਾਂ ਕੋਈ ਮਤਲਬ ਨਹੀਂ ਹੈਗਾ ਇਹਨਾਂ ਗੱਲਾਂ ਦੇ ਨਾਲ ਵੀ ਇਹ ਜਗ੍ਹਾ ਕੀ ਹੈਗੀ ਆ, ਇਹਦੀ ਧਾਰਮਿਕ ਵੈਲਿਊ ਕੀ ਹੈਗੀ ਆ, ਇਸ ਬੰਦੇ ਦੀ ਕੁਰਬਾਨੀ ਕੀ ਹੈਗੀ ਆ। ਇਹਨਾਂ ਗੱਲਾਂ ਤੱਕ ਕੋਈ ਮਤਲਬ ਨਹੀਂ ਹੈਗਾ। ਇਹਦੇ ਵੱਲ ਨੂੰ ਪਿੱਠ ਕਰਕੇ ਜਿਹੜਾ ਹੈਗਾ ਆਪਣੀ ਫੋਟੋ ਖਿਚਾ ਲੈਂਦੇ। ਮਹਿਰਾ ਨੂੰ ਵੀ ਯਾਦ ਕਰੋਗੇ, ਸ਼ੇਰ ਮੁਹੰਮਦ ਖਾਨ ਨੂੰ ਵੀ ਯਾਦ ਕਰੋਗੇ। ਜਦੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹ ਜਗ੍ਹਾ ਦੇਖੋ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਜਿਸ ਨੂੰ ਅੱਜ ਸਭ ਤੋਂ ਮਹਿੰਗੀ ਧਰਤੀ ਕਿਹਾ ਜਾਂਦਾ, ਤਾਂ ਇਹ ਜ਼ਰੂਰ ਸੋਚਿਓ ਕਿ ਇਹਦੇ ਪਿੱਛੇ ਕੌਣ ਸੀ। ਕੀ ਅਸੀਂ ਉਹਨੂੰ ਕਿਤੇ ਭੁੱਲਦੇ ਤਾਂ ਨਹੀਂ ਜਾ ਰਹੇ? ਕੀ ਉਸ ਦੀਵਾਨ ਟੋਡਰਮਲ ਨੂੰ ਅਸੀਂ ਕਿਤੇ ਜਿਹੜਾ ਹੈਗਾ ਅੱਖੋਂ ਪਰੋਖੇ ਤਾਂ ਨਹੀਂ ਕਰ ਰਹੇ? ਸਤਿ ਸ਼੍ਰੀ ਅਕਾਲ, ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਰਾਜਵੀਰ ਸਿੰਘ। ਦੀਵਾਨ ਟੋਡਰਮਲ ਜੀ ਦੀ ਜਹਾਜੀ ਹਵੇਲੀ ਦੇ ਵਿੱਚ ਮੌਜੂਦ ਹਾਂ, ਜਿੱਥੇ ਸੰਗਤ ਵੱਲੋਂ ਤਕਰੀਬਨ ਕਈ ਦਹਾਕਿਆਂ ਤੋਂ ਕਿਹਾ ਜਾਂਦਾ ਹੈ ਕਿ ਇਸ ਹਵੇਲੀ ਦਾ ਜੋ ਰੱਖ ਰਖਾਵ ਆ ਉਹ ਸ਼੍ਰੋਮਣੀ ਕਮੇਟੀ ਜਾਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਹ ਕਿਉਂ ਨਹੀਂ ਕਰ ਰਹੀਆਂ। ਇਸ ਹਵੇਲੀ ਦੇ ਖੰਡਰ ਬਣਨ ਪਿੱਛੇ ਕਾਰਨ ਕੀ ਨੇ ਤੇ ਕਾਨੂੰਨੀ ਅੜਚਣਾ ਕੀ ਸੀ ਹੁਣ ਤੱਕ ਇਸ ਹਵੇਲੀ ਦੀ ਸੇਵਾ ਜਿਹੜੀ ਉਹ ਸ਼ੁਰੂ ਕਿਉਂ ਨਹੀਂ ਹੋ ਸਕੀ? ਕਿਉਂਕਿ ਜੇ ਆਪਾਂ ਗੱਲ ਕਰੀਏ 3-4 ਵਾਰ ਤਾਂ ਸੰਗਤ ਦੇ ਵਿੱਚ ਗੱਲ ਤਾਂ ਜ਼ਰੂਰ ਚੱਲੀ ਆ ਵੀ ਹਾਂ ਇਸ ਜਹਾਜੀ ਹਵੇਲੀ ਦੀ ਜਿਹੜੀ ਸੇਵਾ ਉਹ ਸ਼ੁਰੂ ਹੋਣੀ ਆ, ਪਰ ਸ਼ੁਰੂ ਨਹੀਂ ਹੋਈ। ਕਿਉਂ ਸ਼ੁਰੂ ਨਹੀਂ ਹੋਈ? ਗੱਲਬਾਤ ਕਰਦੇ ਹਾਂ। ਸਾਡੇ ਨਾਲ ਨੇ ਅਮਰਦੀਪ ਸਿੰਘ ਧਾਰਨੀ, ਜਿਹੜੇ ਦੀਵਾਨ ਟੋਡਰਮਲ ਜੀ ਫਾਊਂਡੇਸ਼ਨ ਦੇ ਲੀਗਲ ਸੈੱਲ ਦੇ ਵਿੱਚ ਵੀ ਨੇ, ਤੇ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਜੇ ਗੱਲ ਕਰੀਏ ਇਹ ਹਵੇਲੀ ਆਪਾਂ 400 ਸਾਲ ਤਕਰੀਬਨ ਪੁਰਾਣੀ ਆ, 400 ਤੋਂ ਵੀ ਵੱਧ ਸਾਲ ਪੁਰਾਣੀ ਹੈਗੀ। ਮਤਲਬ ਇਹਦੇ ਖੰਡਰ ਬਣਨ ਦੇ ਪਿੱਛੇ ਕਾਰਨ ਕੀ ਨੇ? ਸਿੱਖ ਸੰਸਥਾਵਾਂ ਨੇ ਸਾਰ ਨਹੀਂ ਲਈ ਜਾਂ ਕੀ ਗੱਲਬਾਤ ਕੀ ਸੀਗੀ? ਰੌਲਾ ਵੀ ਪੈਂਦਾ ਰਿਹਾ ਕਿੰਨੀ ਵਾਰ ਪਿਆ ਵੀ ਹਾਂ ਇਹਦੀ ਕਾਰ ਸੇਵਾ ਜਿਹੜੀ ਸ਼ੁਰੂ ਹੋ ਚੁੱਕੀ ਆ ਜਾਂ ਹੋਣੀ ਆ? ਦੇਖੋ, ਪਹਿਲਾਂ ਤਾਂ ਮੈਂ ਸਮੂਹ ਜਿੰਨੇ ਦਰਸ਼ਕ ਹੈ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਹੈ ਕਿ ਇਹਦਾ ਇਤਿਹਾਸ ਕੀ ਹੈਗਾ ਜਿਹੜੀ ਦੀਵਾਨ ਟੋਡਰਮਲ ਦੀ ਹਵੇਲੀ ਹੈ। ਦੇਖੋ, ਜਦੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਔਰ ਮਾਤਾ ਗੁਜਰੀ
ਉਹਨਾਂ ਦੇ ਜਿਹੜੇ ਪਾਰਥਿਕ ਸਰੀਰ ਸੀ ਉਹਨਾਂ ਨੂੰ ਵਜੀਦ ਖਾਂ ਵੱਲੋਂ ਪਿੱਛੇ ਜਿਹੜਾ ਹੈਗਾ ਹੰਸਲਾ ਰਿਵਰ ਦੇ ਪਾਸੇ ਜੰਗਲ ਦੇ ਵਿੱਚ ਸਟਵਾਇਆ ਗਿਆ। ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਕਿਹਾ ਕਿ ਇਹਨਾਂ ਗੁਰੂ ਦੇ ਬੱਚਿਆਂ ਦਾ ਔਰ ਮਾਤਾ ਦਾ ਸਾਨੂੰ ਇਹਨਾਂ ਦੇ ਸਰੀਰਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਔਰ ਉਸ ਥਾਂ ਦੇ ਉੱਤੇ ਬਹੁਤ ਸਾਰੇ ਇਲਾਕੇ ਦੀਆਂ ਸੰਗਤਾਂ ਵੀ ਇਕੱਠੀਆਂ ਹੋਈਆਂ, ਪਰ ਉਸ ਟਾਈਮ ਦੇ ਉੱਤੇ ਇੱਕ ਅੜਚਨ ਇਹ ਆਈ ਕਿ ਵਜੀਦ ਖਾਂ ਵੱਲੋਂ ਇਹ ਰੱਖਿਆ ਗਿਆ ਕਿ ਕੋਈ ਵੀ ਮਤਲਬ ਜਿਹੜਾ ਇਸ ਜਗ੍ਹਾ ਦੇ ਉੱਤੇ ਮੋਹਰਾਂ ਵਿਛਾ ਕੇ, ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਲੈ ਲੂਗਾ, ਜਿੰਨੀ ਜਗ੍ਹਾ ਲੈ ਲਓਗੇ ਉਨੀ ਜਗ੍ਹਾ ਤੁਹਾਨੂੰ ਸਰੀਰਾਂ ਦੇ ਸੰਸਕਾਰ ਵਾਸਤੇ ਦੇ ਦਿੱਤੀ ਜਾਊਗੀ। ਔਰ ਉਹਨਾਂ ਟਾਈਮਾਂ ਦੇ ਵਿੱਚ ਇੱਕੋ ਇੱਕ ਅਮੀਰ ਆਦਮੀ ਸੀ ਦੀਵਾਨ ਟੋਡਰਮਲ, ਜਿਹਦੇ ਇਹ ਜਾਣਿਆ ਜਾਂਦਾ ਕਿ ਉਹਦੇ ਆਪਣੇ ਜਹਾਜ਼ ਜਿਹੜੇ ਹੈਗੇ ਆ, ਸਮੁੰਦਰੀ ਜਹਾਜ਼, ਛੋਟੇ ਛੋਟੇ ਬੇੜੇ ਜਿਹੜੇ ਚੱਲਦੇ ਸੀ ਜਿਨ੍ਹਾਂ ਦੇ ਰਾਹੀਂ ਉਹ ਵਪਾਰ ਕਰਦਾ ਸੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਉਸ ਦਾ ਇੱਕ ਜਹਾਜ਼ ਜਿਹੜਾ ਹੈਗਾ ਉਹ ਪਾਣੀ ਦੇ ਵਿੱਚ ਫਸ ਗਿਆ। ਤਾਂ ਜਦੋਂ ਫਸਿਆ ਤਾਂ ਉਸਨੇ ਗੁਰੂ ਮਹਾਰਾਜ ਅੱਗੇ ਅਰਦਾਸ ਕਰੀ ਕਿ ਮੈਂ ਇਸ ਜਗ੍ਹਾ ਦੇ ਉੱਤੇ ਆ ਕੇ ਇੱਕ ਆਪਣੀ ਜਹਾਜ਼ ਨੁਮਾ ਹਵੇਲੀ ਬਣਾਉਂਗਾ, ਜਹਾਜ਼ ਵਰਗੀ। ਉਹ ਤੁਸੀਂ ਦੇਖਿਆ ਹੋਣਾ ਇਹਦੀ ਸ਼ਕਲ ਹੈ ਜਿਹੜੀ ਬਿਲਕੁਲ ਹੀ ਜਹਾਜ਼ ਵਰਗੀ ਹੈਗੀ ਆ। ਔਰ ਇਸ ਦਾ ਜਿਹੜਾ ਇਸੇ ਕਰਕੇ ਇਹ ਨਾ ਜਿਵੇਂ ਪਾਣੀ ਦੇ ਵਿੱਚ ਜਿੰਨਾ ਕੁ ਜਹਾਜ਼ ਚੱਲਦਾ ਉਨੀ ਕਿ ਇਹ ਜਿਹੜੀ ਹੈਗੀ ਆ ਹਵੇਲੀ ਥੱਲੇ ਹੈਗੀ ਆ ਪਾਣੀ ਮਿੱਟੀ ਦੇ। ਔਰ ਜਦੋਂ ਇਹ ਹਵੇਲੀ, ਹੁਣ ਤੁਹਾਡਾ ਜਿਹੜਾ ਸਵਾਲ ਸੀ ਨਾ ਕਿ ਇੰਨਾ ਟਾਈਮ ਕਿਉਂ ਲੱਗਿਆ, ਸਮਾਂ ਕਿਉਂ ਲੱਗਿਆ, ਦੇਖੋ 1947 ਦੀ ਜਿਹੜੀ ਵੰਡ ਹੋਈ ਨਾ, ਭਾਈ ਸਾਹਿਬ ਇਹ ਤੁਹਾਡੀ ਮੈਂ ਗੱਲ ਵਿੱਚ ਟੋਕਦਾ, ਉਸ ਤੋਂ ਬਾਅਦ ਜਦੋਂ ਦੀਵਾਨ ਟੋਡਰਮਲ ਜੀ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾਗਾ, ਉਸ ਤੋਂ ਬਾਅਦ ਮੁਗਲੀਆ ਸਲਤਨਤ ਨੇ ਜਿਹੜਾ ਕਿਹਾ ਜਾਂਦਾਗਾ ਉਹਨਾਂ ਨੂੰ ਸ਼ਹੀਦ ਕੀਤਾ ਸੀ ਦੀਵਾਨ ਟੋਡਰਮਲ ਜੀ ਨੂੰ, ਉਹਨਾਂ ਦੇ ਪਰਿਵਾਰ ਨਾਲ ਕੀ ਤਸ਼ੱਦਦ ਕੀਤਾ ਸੀਗਾ, ਇਹ ਜ਼ਰੂਰ ਜਾਣਦਾ। ਦੇਖੋ ਸਾਹਿਬਜ਼ਾਦਿਆਂ ਦੀ ਹੱਕ ਦੇ ਵਿੱਚ ਜਿਹਨੇ ਵੀ ਹਾਂ ਦਾ ਨਾਰਾ ਮਾਰਿਆ, ਚਾਹੇ ਦੀਵਾਨ ਟੋਡਰਮਲ ਸੀ, ਉਸ ਨੂੰ ਜਿਹੜਾ ਉਹ ਕਿਹਾ ਜਾਂਦਾ ਕਿ ਉਸ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਭੀੜ ਦਿੱਤਾ ਗਿਆ। ਔਰ ਦੂਜਾ ਹਾਂ ਦਾ ਨਾਰਾ ਮਾਰਨ ਵਾਲਾ ਸੀ ਜਿਹਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ, ਉਹ ਸੀ ਬਾਬਾ ਮੋਤੀ ਰਾਮ ਮਹਿਰਾ, ਔਰ ਉਸ ਨੂੰ ਵੀ ਜਿਹੜਾ ਹੈਗਾ ਸੀ ਕੋਲੂ ਦੇ ਵਿੱਚ ਭੀੜਿਆ ਗਿਆ। ਔਰ ਤੀਜਾ ਜਿਹੜਾ ਹਾਂ ਦਾ ਨਾਰਾ ਮਾਰਨ ਵਾਲਾ ਸੀ ਉਹ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ ਸੀ, ਜਿਹਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਗਲਤ ਕਰ ਰਹੇ ਆ, ਜੇ ਤੁਹਾਡੀ ਦੁਸ਼ਮਣੀ ਹੈਗੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤਾਂ ਤੁਹਾਨੂੰ ਉਹ ਤੋਂ ਬਦਲਾ ਲੈਣਾ ਚਾਹੀਦਾ, ਨਾ ਕਿ ਬੱਚਿਆਂ ਦੇ ਔਰ ਇੱਕ ਬਿਰਧ ਮਾਤਾ ਤੋਂ ਉਸ ਦਾ ਬਦਲਾ ਲੈਣਾ ਚਾਹੀਦਾ। ਔਰ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਮੈਂ ਜਿਵੇਂ ਸ਼ੁਰੂਆਤ ਕੀਤੀ ਸੀ ਕਿ 1947 ਦੇ ਵਿੱਚ ਬਹੁਤ ਸਾਰੀ ਬਿਲਡਿੰਗਸ ਇਸ ਤਰ੍ਹਾਂ ਦੀਆਂ ਹੋ ਗਈਆਂ, ਚਾਹੇ ਉਹ ਪਾਕਿਸਤਾਨ ਦੇ ਵਿੱਚ ਸੀ, ਚਾਹੇ ਉਹ ਇਸ ਹਿੰਦੁਸਤਾਨ ਦੇ ਵਿੱਚ ਸੀ। ਜਿਵੇਂ ਤੁਸੀਂ ਮਸੀਤਾਂ ਦਾ ਵਿੱਚ ਦੇਖਿਆ ਹੋਊਗਾ ਕਿ ਉਹ ਮਸਜਿਦਾਂ ਦੇ ਵਿੱਚ ਸਾਡੇ ਲੋਕਾਂ ਨੇ ਤੂੜੀਆਂ ਪਾ ਲਈਆਂ, ਮੱਝਾਂ ਬੰਨ੍ਹ ਲਈਆਂ, ਹਾਲਾਂਕਿ ਹੈ ਤਾਂ ਉਹ ਵੀ ਕਿਸੇ ਦਾ ਧਾਰਮਿਕ ਉਹ ਸੀ। ਇਸੇ ਤਰ੍ਹਾਂ ਇਹ ਜਗ੍ਹਾ ਵੀ ਸੀ ਜਿਹੜੀ ਇਹ ਪ੍ਰਾਈਵੇਟ ਲੋਕਾਂ ਦੇ ਕਬਜ਼ੇ ਦੇ ਵਿੱਚ ਸੀ, ਇਸ ਦੇ ਵਿੱਚ ਵੀ ਲੋਕਾਂ ਨੇ ਤੂੜੀ ਵੀ ਪਾਈ ਵੀ ਸੀ, ਮੱਝਾਂ ਵੀ ਬੰਨ੍ਹਦੇ ਸੀ। ਔਰ ਬਿਲਕੁਲ ਮੈਂ ਤੁਹਾਨੂੰ ਹੋਰ ਦੱਸਦਾ ਜੀ ਕਿ ਸਾਡਾ ਲਾਲਚ ਦੀ ਇੱਕ ਐਸੀ ਇੰਤਹਾ ਹੈਗੀ ਹੈ, ਉਹ ਲਾਲਚ ਇੱਥੇ ਤੱਕ ਵੱਧ ਗਿਆ ਕਿ ਜਿਸ ਦੇ ਕਬਜ਼ੇ ਦੇ ਵਿੱਚ ਇਹ ਜਗ੍ਹਾ ਸੀ ਉਸਨੇ ਉਹ ਉੱਪਰਲੀ ਜਗ੍ਹਾ ਦੇ ਉੱਤੇ ਬੜੇ ਘਾਣ ਹੁੰਦੇ ਆ ਜਿਹੜੇ, ਉਹ ਮਾਰ ਕੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਆ। ਉਹ ਹੈਮਰਾਂ ਦੇ ਨਿਸ਼ਾਨ ਆ ਉੱਥੇ, ਉਹ ਜਿਹੜਾ ਉੱਪਰ ਟੌਪ ਦੇ ਉੱਤੇ ਟੀਸੀ ਦੇ ਉੱਤੇ। ਮਤਲਬ ਇਹ ਕਿਸੇ ਨੂੰ ਇਹ ਪਤਾ ਨਹੀਂ ਸੀ ਵੀ ਇਹ ਜਿਹੜੀ ਹੈਗੀ ਆ ਉਹ ਜਹਾਜੀ ਹਵੇਲੀ ਇਹ ਹੈਗੀ ਆ। ਪਰ ਜਦੋਂ ਬਾਅਦ ਦੇ ਵਿੱਚ ਇੱਕ ਇੱਥੇ ਆਫੀਸਰ ਆਏ, ਮੈਂ ਨਾਮ ਨਹੀਂ ਮਤਲਬ ਕਹਿਣਾ ਚਾਹੁੰਦਾ, ਉਹਨਾਂ ਦਾ ਕਾਫੀ ਪੁਰਾਤਨ ਚੀਜ਼ਾਂ ਦੇ ਨਾਲ ਸੰਬੰਧ ਸੀ। ਉਹਨਾਂ ਨੇ ਇਹ ਹਵੇਲੀ ਜਿਹੜੀ ਸੀ ਇਹ ਖਰੀਦ ਲਈ। ਖਰੀਦ ਕੇ ਜਦੋਂ ਇਹ ਖਰੀਦਣ ਤੋਂ ਬਾਅਦ ਇਹ ਨਸ਼ਰ ਹੋਇਆ ਕਿ ਇਹ ਤਾਂ ਜੀ ਐਡੀ ਵੱਡੀ ਇਤਿਹਾਸਕ ਧਰੋਹਰ ਹੈ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਨਹੀਂ, ਇਹ ਪ੍ਰਾਈਵੇਟ ਬੰਦਾ ਨਹੀਂ ਇਹਨੂੰ ਉਹ ਕਰ ਸਕਦਾ, ਇਹ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤੀ ਜਾਵੇ। ਇੱਕ ਮੈਂ ਤੁਹਾਤੋਂ ਗੱਲ 47 ਤੋਂ ਬਾਅਦ ਦੀ ਤੁਸੀਂ ਗੱਲ ਕਰਦੇ ਹੋ, ਸ਼੍ਰੋਮਣੀ ਕਮੇਟੀ ਮੰਨ ਲਓ ਉਸ ਤੋਂ ਪਹਿਲਾਂ ਸਾਲ ਪਹਿਲਾਂ ਦੀ ਗੱਲ ਹੈ ਜੀ, ਹੁਣ ਦੀ ਗੱਲ ਆ ਗਈ ਸਾਲ। ਹਾਂ, ਇਹ ਤਕਰੀਬਨ ਮੇਰਾ ਖਿਆਲ ਆ ਵੀ 2004-5 ਦੀਆਂ ਗੱਲਾਂ ਹੋਣ। ਖਰੀਦੀ ਕਿਤੋਂ ਸੀਗੀ ਫਿਰ? ਇੱਥੇ ਇਹ ਸਾਰੀ ਆਲੇ ਦੁਆਲੇ ਜਿਹੜੀ ਜ਼ਮੀਨ ਸੀ ਨਾ,
ਇਹ ਜ਼ਮੀਨ ਵੀ ਉਸੇ ਦੀਵਾਨ ਟੋਡਰਮਲ ਦੀ ਸੀ। ਇਹ ਬਾਅਦ ਦੇ ਵਿੱਚ ਅਲਾਟਮੈਂਟਾਂ ਹੋ ਗਈਆਂ। ਅਲਾਟਮੈਂਟਾਂ ਦੇ ਵਿੱਚ ਕੋਈ ਕਿਸੇ ਨੂੰ ਜ਼ਮੀਨ ਪੈ ਗਈ ਆ, ਨਾਲ ਵਾਲੀ ਜ਼ਮੀਨ ਵੀ ਜਿਹੜੀ ਹੈਗੀ ਆ ਉਹ ਪਿਛਲੇ ਪਾਸੇ ਜਿਹੜਾ ਇਹ ਹਵੇਲੀ ਦੇ ਵਿੱਚ ਆ ਪਾਣੀ ਆ ਚਵੱਚਾ ਬਣਾਇਆ ਵਾ ਹੈਗਾ, ਜਿਹੜਾ ਉਹਨੇ ਆਪਣਾ ਸਵਿਮਿੰਗ ਪੂਲ ਕਹਿ ਲਓ, ਜਾਂ ਇਹਦੀਆਂ ਕੰਧਾਂ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ 에ਅਰ ਕੰਡੀਸ਼ਨ ਚਲਾਉਂਦਾ ਸੀ। ਜਿਹੜਾ ਪਿਛਲੇ ਪਾਸੇ ਤੋਂ ਖੂਹ ਤੋਂ ਪਾਣੀ ਆਉਂਦਾ ਸੀ, ਉਹ ਖੂਹ ਵੀ ਜਿਹੜਾ ਹੈਗਾ ਕਿਸੇ ਦੇ ਕਬਜ਼ੇ ਦੇ ਵਿੱਚ ਹੈਗਾ ਅੱਜ। ਤੇ ਮੈਂ ਦੱਸਣਾ ਇਹ ਉੱਥੇ ਤੋਂ ਸ਼ੁਰੂ ਕਰਦਾ ਕਿ ਜਦੋਂ ਇਹ ਹਵੇਲੀ ਉਸ ਆਫੀਸਰ ਨੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਮੀਡੀਏਟਲੀ ਇਹਦੇ ਨਾਂ ਦੇ ਉੱਤੇ ਬਹੁਤ ਸਾਰਾ ਕੰਮ ਜਿਹੜਾ ਇਹਦਾ ਸਟਾਰਟ ਕਰਤਾ ਔਰ ਇਹਦੀ ਕੰਸਟਰਕਸ਼ਨ ਦਾ ਜਿਹੜਾ ਹੈਗਾ ਸ਼ੁਰੂਆਤ ਕਰਤੀ। ਪਰ ਉਸ ਤੋਂ ਬਾਅਦ ਇੱਕ ਵਕੀਲ ਸਾਹਿਬ ਸੀ ਹਾਈ ਕੋਰਟ ਦੇ, ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਕੇਸ ਫਾਈਲ ਕਰਕੇ ਸਟੇ ਲੈ ਲਈ। ਤੇ ਸਟੇ ਲੈ ਕੇ ਇਹ ਟੋਟਲੀ ਬੰਦ ਹੋ ਗਿਆ। ਇਹਦੀ ਫੇਰ ਉਹੀ ਜੀ ਉਹ ਹਾਲਤ ਹੋ ਗਈ ਜਿਸ ਤਰ੍ਹਾਂ ਦੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਸੀ। ਪਰ ਮੈਂ ਦੇਖੋ ਹਰ ਚੀਜ਼ ਦਾ ਇੱਕ ਟਾਈਮ ਆਉਂਦਾ ਹੈ। ਮੈਂ ਖਾਸ ਤੌਰ ਤੇ ਇਸ ਚੀਜ਼ ਲਈ ਮਤਲਬ ਮਸ਼ਕੂਰ ਹਾਂ ਔਰ ਧੰਨਵਾਦ ਕਰਦਾ ਵਿਦੇਸ਼ਾਂ ਦੀ ਸੰਗਤ ਦਾ। ਇੱਕ ਭਾਈ ਸਾਹਿਬ ਕਰਨੈਲ ਸਿੰਘ ਸੰਧੂ ਹੈ ਤੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਨੂੰ ਮਤਲਬ ਡਾਇਮੰਡ ਕਿੰਗ ਵੀ ਬਦਾਮ ਦੇ ਜਿਹੜੇ ਹੈਗੇ ਕਿੰਗ ਕਿਹਾ ਜਾਂਦਾ ਹੈ, ਜਿਨ੍ਹਾਂ ਕੋਲ 70,000 ਏਕੜ ਜ਼ਮੀਨ ਹੈ। ਉਹਨਾਂ ਨੇ ਕਿਹਾ ਵੀ ਨਹੀਂ ਯਾਰ, ਇਹ ਸਾਡੇ ਗੁਰੂ ਨੂੰ ਜਿਹੜਾ ਹੈਗਾ ਸਾਡੇ ਸਿੱਖ ਕੌਮ ਤੇ ਐਡਾ ਵੱਡਾ ਕਰਜ਼ਾ ਖੜਾ ਕਰਨ ਵਾਲਾ ਵਿਅਕਤੀ ਹੈ ਜਿਹੜਾ, ਉਸ ਦੀ ਅਸੀਂ ਇਸ ਧਰੋਹਰ ਨੂੰ ਵੀ ਨਾ ਸੰਭਾਲ ਸਕੀਏ। ਤਾਂ ਇੱਕ ਜਿਹੜੀ ਹੈਗੀ ਆ ਦੀਵਾਨ ਟੋਡਰਮਲ ਫਾਊਂਡੇਸ਼ਨ, ਜਿਹਦੇ ਇੱਥੇ ਤੋਂ ਲਖਵਿੰਦਰ ਸਿੰਘ ਹੈ ਮਤਲਬ ਇਹਨੂੰ ਸਾਂਭ ਸੰਭਾਲ ਕਰਦੇ ਹੈਗੇ ਆ। ਤੇ ਇਹਦੇ ਵਿੱਚ ਜਿਹੜੀ ਰੂਬੀ ਸੋਹਤਾ ਹੈਗੇ ਆ ਤੇ ਹੋਰ ਸੱਜਣ ਸਿੰਘ, ਉਹਨਾਂ ਦੇ ਪਰਿਵਾਰ ਵੀ ਇਹਦੇ ਨਾਲ ਜੁੜੇ ਹੋਏ ਹੈਗੇ ਆ, ਜਿਨ੍ਹਾਂ ਨੇ ਬਹੁਤ ਮਤਲਬ ਤਰੱਦਦ ਕਰਕੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਗੱਲਬਾਤ ਕਰਕੇ ਕਿਹਾ ਕਿ ਅਸੀਂ ਇਹਦੀ ਜਿਹੜੀ ਹੈਗੀ ਪੂਰੀ ਸੇਵਾ ਕਰਾਵਾਂਗੇ ਔਰ ਅਸੀਂ ਕਿਸੇ ਤੋਂ ਮਤਲਬ ਇੱਕ ਪੈਸਾ ਨਹੀਂ ਲੈਣਾ ਚਾਹੁੰਦੇ, ਅਸੀਂ ਖੁਦ ਇਹ ਜਿਹੜਾ ਸਾਰਾ ਕੁਝ ਕਰਾਂਗੇ। ਇਹਦੇ ਵਿੱਚ ਅਮਰੀਕਾ ਦੀ, ਕੈਨੇਡਾ ਦੀ, ਆਸਟ੍ਰੇਲੀਆ ਦੀ, ਜਰਮਨ ਦੀ ਔਰ ਇੰਗਲੈਂਡ ਦੀ ਸੰਗਤ ਹੈ ਜਿਹੜੀ ਇਸ ਦੇ ਉੱਤੇ ਖਰਚਾ ਕਰਨਾ ਚਾਹੁੰਦੀ। ਸਾਰੇ ਐਨਆਰਆਈ ਭਰਾ ਕਹਿ ਸਕਦੇ ਹਾਂ ਆਪਾਂ, ਸਾਰੇ ਰਲ ਮਿਲ ਕੇ ਭਾਰਤ ਦੇ ਵੀ ਆ ਜੀ। ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਇਹ ਕਰਾਂਗੇ। ਮੈਂ ਨਾ ਹੁਣ ਜਿਵੇਂ ਤੁਸੀਂ ਕੁਐਸਚਨ ਕਰਿਆ ਮੈਨੂੰ ਕਿ ਐਨਆਰਆਈ ਨਹੀਂ, ਇਹਦੇ ਵਿੱਚ ਮੈਂ ਉਹਨਾਂ ਦੀ ਵਡੱਪਨ ਦੱਸਦਾ ਕਿ ਉਹ ਜਿਹੜੇ ਹੈਗੇ ਆ ਨਾ ਬਦਾਮ ਕਿੰਗ, ਉਹਨਾਂ ਨੂੰ ਸਵਾਲ ਉਹ ਕਰਿਆ ਗਿਆ ਵੀ ਇਸ ਤਰ੍ਹਾਂ ਕਰਕੇ ਵੀ ਤੁਹਾਨੂੰ ਉਹ ਕਰਨਾ ਚਾਹੀਦਾ, ਤੁਸੀਂ ਤਾਂ ਇਕੱਲੇ ਬਣਾ ਸਕਦੇ ਹੋ। ਉਹ ਕਹਿੰਦਾ ਤੇ ਹਾਂ ਬਣਾ ਤਾਂ ਸਕਦਾ ਵੀ, ਮੈਨੂੰ ਕੋਈ ਔਖਾ ਨਹੀਂ ਹੈਗਾ। ਪਰ ਦੇਖੋ ਇਹ ਜਿਹੜਾ ਕਰਜ਼ਾ ਹੈ ਨਾ ਇਸ ਪੂਰੀ ਸਿੱਖ ਕੌਮ ਦੇ ਉੱਤੇ ਹੈ, ਜਿਹੜਾ ਸਾਰੀ ਜ਼ਿੰਦਗੀ ਉਤਰਨਾ ਨਹੀਂ ਹੈਗਾ, ਕਦੇ ਵੀ ਨਹੀਂ ਉਤਰ ਸਕਦਾ। ਜੇ ਅਸੀਂ ਤਾਰ ਵੀ ਦਈਏ ਨਾ ਤਾਂ ਵੀ ਨਹੀਂ ਉਤਰਨਾ, ਕਿਉਂਕਿ ਉਸ ਸਮੇਂ ਦੀ ਨਜ਼ਾਕਤ ਸੀ ਜਿਹੜੀ, ਜਿਸ ਟਾਈਮ ਦੇ ਉੱਤੇ ਕਰਜ਼ਾ ਚੜਿਆ ਸੀ, ਜਦੋਂ ਕੋਈ ਬਾਹਰ ਨਹੀਂ ਸੀ ਨਿਕਲਦਾ, ਜਦੋਂ ਸਾਹਿਬਜ਼ਾਦਿਆਂ ਦੇ ਨਾਲ ਇੰਨਾ ਧੱਕਾ ਹੋ ਰਿਹਾ ਸੀ ਔਰ ਮਾਤਾ ਗੁਜਰੀ ਦੇ ਨਾਲ ਇੰਨਾ ਹੋ ਰਿਹਾ ਸੀ, ਉਸ ਟਾਈਮ ਦੇ ਉੱਤੇ ਇਸ ਬੰਦੇ ਨੇ ਆਪਣਾ ਪਰਿਵਾਰ, ਆਪਣੀ ਜਾਇਦਾਦ ਸਾਰਾ ਕੁਝ ਖੋ ਕੇ ਬੈਠ ਗਿਆ। ਖੈਰ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਆਪ ਵਕੀਲ ਹੋਣ ਕਰਕੇ ਉਹਨਾਂ ਨੇ ਫਿਰ ਜਾਤੀ ਤੌਰ ਤੇ ਜਾ ਕੇ ਹਾਈ ਕੋਰਟ ਦੇ ਜਿਹੜੇ ਵਕੀਲ ਸਾਹਿਬ ਹੈ ਉਹਨਾਂ ਦੇ ਨਾਲ ਗੱਲ ਕੀਤੀ ਔਰ ਗੱਲ ਕਰਕੇ ਆਨਰੇਬਲ ਹਾਈ ਕੋਰਟ ਦੇ ਨਾਲ ਗੱਲ ਕੀਤੀ। ਗੱਲ ਕਰਨ ਤੋਂ ਬਾਅਦ ਤਾਂ ਆਨਰੇਬਲ ਹਾਈ ਕੋਰਟ ਨੇ ਫਿਰ ਕਿਹਾ ਕਿ ਇਹਦੇ ਵਿੱਚ ਜਿਹੜਾ ਵਿਰਾਸਤੀ ਵਿਭਾਗ ਦਾ ਪੱਖ ਹੈਗਾ ਉਹਨੂੰ ਟੋਟਲ ਤਰੀਕੇ ਦੇ ਨਾਲ ਕਿਸੇ ਤਰੀਕੇ ਦੇ ਨਾਲ ਇਗਨੋਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਹਨਾਂ ਨੇ ਫਿਰ ਵਿਰਾਸਤੀ ਵਿਭਾਗ ਨੂੰ ਵੀ ਵਿੱਚ ਬੁਲਾਇਆ ਔਰ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਇਹਦਾ ਕੰਮ ਸਟਾਰਟ ਕਰ ਸਕਦੇ ਆ। ਕੰਮ ਸਟਾਰਟ ਕਰਨ ਦੇ ਨਾਲ ਨਾਲ ਪਰ ਤੁਸੀਂ ਇੱਕ ਵੀ ਇੱਟ ਬਿਨਾਂ ਵਿਰਾਸਤੀ ਵਿਭਾਗ ਤੋਂ ਬਿਨਾਂ ਪੁੱਛੇ ਤੋਂ ਨਹੀਂ ਲਾ ਸਕਦੇ। ਇੱਕ ਵੀ ਇੱਟ ਮੈਂ ਤੁਹਾਨੂੰ ਇਹ ਕਹਿੰਦਾ ਕਿਸੇ ਖੁੰਦਰ ਨੂੰ ਵੀ ਨਹੀਂ ਛੇੜ ਸਕਦੇ। ਇਸ ਕਰਕੇ ਹੁਣ ਜਿਹੜੀ ਸਾਡੇ ਮੂਹਰੇ ਇਹ ਪ੍ਰੋਬਲਮ ਨਹੀਂ, ਇਹ ਮੈਂ ਕਹਿੰਦਾ ਵੀ ਇੱਕ ਬੰਦਸ਼ ਹੈ ਜਿਹਦਾ ਸਦਕਾ ਇਹ ਹੈਗਾ ਕਿ ਜੇ ਅਸੀਂ ਇੱਕ ਇੱਟ ਲਾਉਣੀ ਹੁੰਦੀ ਹੈ ਅਸੀਂ ਪਹਿਲਾਂ ਉਹਦੇ ਲਈ ਐਪਲੀਕੇਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਦਿੰਦੇ ਹਾਂ ਔਰ ਹਾਈ ਕੋਰਟ ਜਿਹੜਾ ਹੈਗਾ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਜਵਾਬ ਲੈਂਦਾ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਪਰਮਿਸ਼ਨ ਦਿੰਦੇ ਆ ਕਿ ਤੁਸੀਂ ਇੱਕ ਇੱਟ ਲਾ ਸਕਦੇ ਜਾਂ ਨਹੀਂ। ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਵਿਰਾਸਤ ਨੂੰ ਬਚਾਉਣ ਵਾਸਤੇ ਇੱਕ ਪੂਰੀ ਦਿਹਾੜੀ ਦੇ ਵਿੱਚ
ਇੱਕ ਸੀਮਿੰਟ ਦਾ ਜਿਹੜਾ ਚੂਨੇ ਦਾ ਜਿਹੜਾ ਤਸਲਾ ਉਹਦੇ ਨਾਲ ਸਾਰੀ ਦਿਹਾੜੀ ਲੰਘ ਜਾਂਦੀ ਆ। ਮਤਲਬ ਇੰਨਾ ਬਰੀਕੀ ਨਾਲ ਇਹਦੇ 'ਚ ਕੰਮ ਕਰਨਾ ਪੈਂਦਾ। ਪੂਰੀ ਜਿਹੜੀ ਇੱਥੇ ਲੇਬਰ ਲੱਗੀ ਹੋਈ ਆ ਸਾਰੀ ਹਾਂ। ਸਿਰਫ ਇੱਕ ਤਸਲਾ, ਇੱਕ ਤਸਲੇ ਨਾਲ ਮਤਲਬ ਕਿਉਂਕਿ ਆਹ ਤੁਸੀਂ ਦੇਖੋਗੇ ਆ ਅੱਜ ਕਰੇ ਆਹ ਵਾਲਾ ਕੰਮ ਇਹ ਜਿਹੜਾ ਹੈਗਾ ਬਾਕੀ ਦਾ ਜਿਹੜਾ ਸੀਮੈਂਟ ਉਹ ਚੂਨੇ ਦੀ ਲਪਾਈ ਸੀ ਉਸ ਨੂੰ ਰੋਕਣ ਵਾਸਤੇ ਲੌਕ ਕਰਨ ਵਾਸਤੇ ਇਹ ਸਾਰਾ ਕੁਝ ਕਰਿਆ ਜਾ ਰਿਹਾ। ਤੁਸੀਂ ਉੱਪਰ ਵੀ ਦੇਖੋਗੇ ਇਹਦੇ ਉੱਪਰ ਨਾ ਉਹ ਦੇਖੋ ਜਿੱਥੇ ਤੋਂ ਜਿਹੜੀ ਚੀਜ਼ ਉਤਰ ਗਈ ਉਹ ਉਤਰ ਗਈ, ਜਿਹੜੀ ਚੀਜ਼ ਰਹਿ ਗਈ ਉਹਨੂੰ ਪ੍ਰੀਜ਼ਰਵ ਕਰਿਆ ਗਿਆ। ਆ ਕੰਧ ਫਟ ਰਹੀ ਸੀ ਇਹਦੇ ਵਿੱਚ ਹੁੱਕਾ ਲਾ ਕੇ ਇਹਨੂੰ ਜਿਹੜਾ ਹੈਗਾ ਕੰਧ ਨੂੰ ਰੋਕਿਆ ਗਿਆ। ਆ ਡਾਟ ਟਹਿ ਰਹੀ ਸੀ ਇਸ ਦੇ ਵਿੱਚ ਇੱਕ ਗਲੂ ਭਰ ਕੇ ਇਹਨੂੰ ਜਿਹੜਾ ਹੈਗਾ ਰੋਕਿਆ ਗਿਆ। ਸੋ ਇਹ ਜਿਹੜਾ ਮਤਲਬ ਇਹਦੇ ਵਿੱਚ ਅੱਜ ਮੈਂ ਜੇ ਸਮਝਦਾ ਕਿ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ ਉਹ ਇਸ ਸੰਗਤ ਦਾ ਹੈਗਾ, ਜਿਹੜੀ ਅਮਰੀਕਾ ਕੈਨੇਡਾ ਜਿਹੜੇ ਆਪਣੇ 10 ਨੌਹਾਂ ਦੀ ਮਿਹਨਤ ਦੇ ਵਿੱਚੋਂ ਕਮਾਈ ਦੇ ਵਿੱਚੋਂ ਐਡਾ ਵੱਡਾ ਖਰਚਾ ਕਰਕੇ ਇਸ ਨੂੰ ਬਚਾਉਣ ਦੀ, ਇਸ ਧਰੋਹਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਦੂਜਾ ਸਭ ਤੋਂ ਵੱਡਾ ਯੋਗਦਾਨ ਜਾਤੀ ਤੌਰ ਤੇ ਮੈਂ ਕਹਿੰਦਾ ਕਿ ਹਰਜਿੰਦਰ ਸਿੰਘ ਧਾਮੀ ਸਾਹਿਬ ਦਾ, ਜਿਹੜਿਆਂ ਨੇ ਜਾਤੀ ਤੌਰ ਤੇ ਐਡਾ ਵੱਡਾ ਇਹ ਬੀੜਾ ਚੱਕਿਆ। ਔਰ ਤੀਜਾ ਜਿਹੜੇ ਹੋਰ ਸੰਗਤ ਜਿਹੜੀ ਇੱਥੇ ਦੀ ਹੈਗੀ ਆ, ਇੱਕ ਸਰਦਾਰ ਲਖਵਿੰਦਰ ਸਿੰਘ ਹੈ ਕਾਨੇਕੇ ਤੋਂ, ਉਹ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਇਹੀ ਜਿਹੀਆਂ ਹੈਗੀਆਂ ਜਿਹੜਾ ਆਪਣਾ ਟਾਈਮ ਇਹਦੇ ਲਈ ਬਹੁਤ ਕਰਦੇ ਆ। ਔਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇਹ ਸੰਗਤ ਜਿਹੜੀ ਹੈਗੀ ਆ ਇਹ ਇੰਨਾ ਹੀ ਨਹੀਂ ਕਿ ਇਸ ਵਿਰਾਸਤੀ ਉਹਨੂੰ ਉਹ ਕਰ ਰਹੀ ਆ, ਉਹਨਾਂ ਨੇ ਇੱਕ ਹੋਰ ਬੀੜਾ ਚੱਕਿਆ ਕਿ ਜਿਹੜਾ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਨੀਹਾਂ ਦੇ ਵਿੱਚ ਬੱਚਿਆਂ ਨੂੰ ਚਿਣਿਆ ਗਿਆ, ਉਸ ਦਾ ਬਿਜਲੀ ਦਾ ਜਿਹੜਾ ਖਰਚਾ ਉਹ ਕਰੋੜਾਂ ਰੁਪਈਆ ਆਉਂਦਾ। ਉਹਨਾਂ ਨੇ ਕਿਹਾ ਕਿ ਅਸੀਂ ਕਰੋੜਾਂ ਰੁਪਈਆ ਲਾ ਕੇ ਇੱਕੋ ਵਾਰੀ ਸਾਰੇ ਨੂੰ ਸੋਲਰ ਸਿਸਟਮ ਨਾਲ ਜੋੜ ਦਿੰਦੇ ਆ ਤਾਂ ਕਿ ਮਤਲਬ ਗੁਰਦੁਆਰਾ ਸਾਹਿਬ ਦੀ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੇ ਖਰਚੇ ਆ ਜਿਹੜੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਰੋਕਿਆ ਜਾ ਸਕੇ। ਇਹ ਜਿਹੜੀ ਸੰਗਤ ਕਹਿ ਰਹੇ ਹੋ ਤੁਸੀਂ, ਜਿਹੜੇ ਸੋਲਰ ਸਿਸਟਮ ਦਾ ਕਹਿ ਰਹੇ ਨੇਗੇ, NRI ਸੰਗਤ ਆ ਜਾਂ ਇਹੀ ਸੰਗਤ ਹੈ ਜੀ, ਇਹੀ ਸੰਗਤ ਹੈ ਜਿਹੜੀ ਇਹ ਜਿਹੜਾ ਤੁਸੀਂ ਦੇਖਿਆ ਹੋਣਾ ਦੀਵਾਨ ਟੋਡਰਮਲ ਫਾਊਂਡੇਸ਼ਨ ਜਿਹੜੀ ਹੈਗੀ ਆ ਨਾ, ਇਹੀ ਸੰਗਤ ਹੈਗੀ ਆ ਜਿਹੜੇ ਕਹਿੰਦੇ ਆ ਕਿ ਮੇਲੇ ਤੋਂ ਬਾਅਦ ਅਸੀਂ ਜਿਹੜਾ ਹੈਗਾ ਸਾਰੇ ਦਾ ਉਹ ਕਰਕੇ ਦੇਖ ਕੇ ਇਹਦੇ ਮੁਤਾਬਕ ਜਿਹੜਾ ਅਸੀਂ ਕਰਦੇ ਆਂਗੇ। ਸੋ ਇਹ ਭਾਈ ਸਾਹਿਬ ਇੱਕ ਹੋਰ ਮੈਂ ਪੁੱਛਣਾ ਚਾਹੁੰਦਾ ਵਾਂ, ਜਿਵੇਂ ਮੰਨ ਲਓ ਇਹ ਤੁਸੀਂ ਕਿਹਾਗਾ ਵਿਰਾਸਤੀ ਵਿਭਾਗ ਆ ਜਿਹੜਾ, ਉਸ ਤੋਂ ਬਿਨਾਂ ਤੁਸੀਂ ਇੱਕ ਕਿੱਟ ਨਹੀਂ ਲਾ ਸਕਦੇ ਇੱਥੇ। ਮੰਨ ਲਓ ਇਹ ਪਹਿਲਾਂ ਫਿਰ ਜੇ ਵਿਰਾਸਤੀ ਵਿਭਾਗ ਦੀ ਇਹ ਜਗ੍ਹਾ ਸੀਗੀ ਤਾਂ ਪਹਿਲਾਂ ਵੇਚੀ ਕਿਵੇਂ, ਕਿਹੜੇ ਲੋਕਾਂ ਨੇ ਵੇਚੀ, ਕਿਹੜੇ ਲੋਕਾਂ ਨੇ ਮਤਲਬ ਇਹ ਗੱਲਾਂ ਕੀਤੀਆਂ? ਵਿਰਾਸਤੀ ਵਿਭਾਗ ਦੀ ਜਗ੍ਹਾ ਕਦੇ ਨਹੀਂ ਹੋਇਆ ਕਰਦੀ। ਇਹ ਜਗ੍ਹਾ ਤਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਅਜਾੜੇ ਪੈ ਗਏ। ਉਸ ਤੋਂ ਪਹਿਲਾਂ ਇੱਕ ਟਾਈਮ ਇਹੋ ਜਿਹਾ ਸੀ ਜਦੋਂ ਸਿੱਖਾਂ ਦੇ ਉੱਤੇ ਬਹੁਤ ਵੱਡਾ ਮਤਲਬ ਔਖਾ ਸਮਾਂ ਸੀ, ਜਿਨ੍ਹਾਂ ਟਾਈਮਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕਿਤੇ ਨਾ ਕਿਤੇ ਅੱਖੋਂ ਪਰੋਖੇ ਰਹਿ ਗਈਆਂ। ਵਿਰਾਸਤੀ ਵਿਭਾਗ ਦਾ ਤਾਂ ਕੰਮ ਇੰਨਾ ਹੈਗਾ ਕਿ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਹੈਗੀਆਂ ਜਿੱਥੇ ਵੀ ਹੈਗੀਆਂ, ਜੇ ਉਹਨਾਂ ਦੀ ਉਹ ਦੇਖਦੇ ਹੈਗੇ ਕਿ ਬਹੁਤ ਪੁਰਾਣੀਆਂ ਬਿਲਡਿੰਗਾਂ ਇਹਨਾਂ ਨੂੰ ਖੋਣਾ ਨਹੀਂ ਚਾਹੀਦਾ, ਫਿਰ ਉਹ ਆ ਕੇ ਉਸ ਨੂੰ ਰੋਕ ਸਕਦੇ ਆ। ਇਹ ਤਾਂ ਮਤਲਬ ਡਿਪਾਰਟਮੈਂਟ ਹੈ ਜਿਹਨੇ ਇਹ ਮਲਕੀਅਤ ਆਪਾਂ ਕਹਿ ਸਕਦੇ ਹਾਂ ਸ਼੍ਰੋਮਣੀ ਕਮੇਟੀ ਦੀ ਹੈ। ਹੁਣ ਇਹ ਮਲਕੀਅਤ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਔਰ ਇੱਕ ਟਰਸਟ ਨੇ ਟਰਾਂਸਫਰ ਕੀਤੀ ਹੈਗੀ ਆ। ਟਰਸਟ ਨੇ ਇਹ ਸੇਵਾ ਲਈ ਆ ਇੱਥੇ ਉਹ ਕਰਨ, ਇਹ ਫਾਊਂਡੇਸ਼ਨ ਨੇ ਸੇਵਾ ਲਈ ਹੈਗੀ ਆ ਔਰ ਜਦੋਂ ਇਹ ਬਣ ਜੂਗੀ ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਹੋਊਗੀ। ਠੀਕ ਹੈ, ਹਾਂਜੀ। ਤੇ ਮਤਲਬ ਇੱਕ ਤੁਸੀਂ ਲੀਗਲ ਵੀ ਕਹਿ ਰਹੇ ਸੀਗੇ, ਲੀਗਲ ਕੀ ਅੜਚਣਾਂ ਆਈਆਂ? ਕਿਉਂਕਿ ਮੈਂ ਜੇ ਗੱਲ ਕਰਾਂ 2016 ਤੋਂ ਲੈ ਕੇ ਮਤਲਬ ਮੈਂ ਤਾਂ ਪਹਿਲਾਂ ਮੇਰਾ ਵੀ ਏਰੀਆ ਆਹੀ ਆ, ਸੁਣਿਆ ਤਾਂ ਕਈ ਵਾਰ ਸੀਗਾ ਵੀ ਹਾਂ ਸ਼੍ਰੋਮਣੀ ਕਮੇਟੀ ਕਰ ਰਹੀ ਆ ਗਈ ਜਾਂ ਮੰਨ ਲਓ ਹੋਰ ਸੰਸਥਾਵਾਂ ਜਿਹੜੀਆਂ ਇਸ ਰੱਖ ਰਖਾਵ ਲਈ ਇਸ ਸੰਸਥਾ ਦੇ ਦੇਖੋ ਮੈਂ ਕਰ ਰਹੀਆਂ ਨੇਗੀਆਂ, ਪਰ ਰੁਕੀ ਗਾ ਤੇ ਰਹੀ ਰੁਕੀ। ਮੈਂ ਉਹੀ ਦੱਸਦਾ ਨਾ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲਾਂ ਤਾਂ ਇੱਕ ਐਸਾ ਸਮਾਂ ਸੀ 1947 ਤੋਂ ਬਾਅਦ ਕਿਸੇ ਨੂੰ ਪਤਾ ਹੀ ਨਹੀਂ ਸੀ। ਜਦੋਂ ਪਤਾ ਲੱਗਿਆ ਇਹਦਾ ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਜਦੋਂ ਇਹਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਮੈਂ ਜੇ ਇਹਨੂੰ ਚਾਹੇ ਤੁਸੀਂ ਇੱਕ ਕਟਾਕਸ਼ ਸਮਝ ਲਿਓ ਤਾਂ ਉਸ ਕਟਾਕਸ਼ ਦੇ ਵਿੱਚ ਇਹ ਹੈਗਾ ਕਿ ਮੀਡੀਆ ਵੀ ਉਨਾ ਹੀ ਜ਼ਿੰਮੇਵਾਰ ਹੈ। ਉਹ ਵੀ ਮੇਲੇ ਦੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਕਰਨਾ ਹੁੰਦਾ, ਦੇਖਣਾ ਹੁੰਦਾ ਹੈ ਨਾ, ਤੇ ਅਦਰਵਾਈਜ਼ ਉਹਨਾਂ ਨੇ ਵੀ ਕਦੇ ਕਿਸੇ ਨੇ ਖੋਜ ਨਹੀਂ ਕੀਤੀ। ਔਰ
ਮੈਂ ਸਮਝਦਾ ਕਿ ਸਾਰੇ ਹੀ ਜ਼ਿੰਮੇਵਾਰ ਆ, ਅਸੀਂ ਵੀ ਜ਼ਿੰਮੇਵਾਰ ਹਾਂ, ਤੁਸੀਂ ਵੀ ਜ਼ਿੰਮੇਵਾਰ ਹੈ, ਸ਼੍ਰੋਮਣੀ ਕਮੇਟੀ ਵੀ ਜ਼ਿੰਮੇਵਾਰ ਹੈ। ਪਰ ਮੈਂ ਇਹ ਸਮਝਦਾ ਕਿ ਚੰਗਾ ਕੰਮ ਜਦੋਂ ਤੋਂ ਸ਼ੁਰੂ ਹੋ ਗਿਆ ਉਦੋਂ ਤੋਂ ਹੀ ਮੈਂ ਸਮਝਦਾ ਕਿ ਇੱਕ ਸ਼ੁਰੂਆਤ ਹੈਗੀ ਆ। ਪਰ ਨਾਲ ਦੀ ਨਾਲ ਨਾ ਮੈਂ ਸੰਗਤਾਂ ਦੇ ਲਈ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਸੰਗਤਾਂ ਜਦੋਂ ਵੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਆਉਂਦੀਆਂ, ਜਦੋਂ ਨੀਹਾਂ ਨੂੰ ਦੇਖਦੀਆਂ, ਉਹਨਾਂ ਦੇ ਮਨ ਭਰ ਆਉਂਦੇ ਆ, ਕਿਉਂਕਿ ਉਹ ਗੁਰੂ ਦੇ ਸਾਡੇ ਦੇ ਬੱਚੇ ਸੀ। ਪਰ ਉਸ ਟਾਈਮ ਤੇ ਉਹ ਇਹ ਵੀ ਸੋਚਣ ਕਿ ਉਹ ਗੁਰੂ ਦੇ ਬੱਚਿਆਂ ਨੂੰ ਜਿਹੜੀ ਇਹ ਅਧਿਕਾਰ ਦਿੱਤਾ ਗਿਆ ਕਿ ਇਹ ਬਹੁਤ ਮਹਿੰਗੀ ਜਗ੍ਹਾ ਹੈਗੀ ਆ, ਉਸ ਮਹਿੰਗੀ ਜਗ੍ਹਾ ਬਣਾਉਣ ਦਾ ਸਿਹਰਾ ਕਿਹਦੇ ਸਿਰ ਦੇ ਉੱਤੇ ਜਾਂਦਾ? ਉਹ ਕਿਤੇ ਨਾ ਕਿਤੇ ਇਸ ਦੀਵਾਨ ਟੋਡਰਮਲ ਦੇ ਉੱਤੇ ਜਾਂਦਾ, ਜਿਹਨੇ ਆਪਣਾ ਇਹ ਹਵੇਲੀ ਵੀ ਗਹਿਣੇ ਕੀਤੀ, ਉਹਨੇ ਆਪਣਾ ਪਰਿਵਾਰ ਵੀ ਸਾਰੇ ਦਾ ਸਾਰਾ ਕੋਹਲੂ ਦੇ ਵਿੱਚ ਪੜਵਾ ਲਿਆ ਤੇ ਅੱਗੇ ਉਹਦਾ ਕੋਈ ਵੰਸ਼ ਵੀ ਨਾ ਰਿਹਾ। ਔਰ ਨੰਬਰ 2, ਉਹ ਇੱਕ ਜੈਨ ਧਰਮ ਦੇ ਨਾਲ ਸੰਬੰਧਿਤ ਸੀ, ਜੈਨੀ ਸੀ ਉਹ। ਦੀਵਾਨ ਟੋਡਰਮਲ ਜੀ ਉਹ ਜੈਨੀ ਸੀਗੇ। ਅੱਛਾ। ਔਰ ਜੈਨੀ ਹੋਣ ਦੇ ਨਾਤੇ ਉਸ ਨੇ ਉਸ ਟਾਈਮ ਜਿਹੜਾ ਜ਼ੁਲਮ ਹੋਇਆ, ਉਸ ਜ਼ੁਲਮ ਨੂੰ ਔਰ ਗੁਰੂ ਦੇ ਪੁੱਤਰਾਂ ਦੀ ਆਖਰੀ ਜਿਹੜੀ ਰਸਮਾਂ ਸੀ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਆਪਣਾ ਸਭ ਕੁਝ ਵਾਰਤਾ। ਸੋ ਮੈਂ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਕਿ ਜਦੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਆਵੋ ਤਾਂ ਇੱਥੇ ਜ਼ਰੂਰ ਆਓ, ਇੱਥੇ ਆ ਕੇ ਜ਼ਰੂਰ ਉਸ ਸ਼ਖਸ ਨੂੰ ਯਾਦ ਕਰੋ, ਉਸ ਦੇ ਪਰਿਵਾਰ ਨੂੰ ਯਾਦ ਕਰੋ ਕਿ ਉਸ ਨੇ ਕਿੱਡੀ ਵੱਡੀ ਕੁਰਬਾਨੀ ਔਰ ਕਿੱਡਾ ਵੱਡਾ ਕਰਜ਼ਾ ਸਿੱਖ ਕੌਮ ਦੇ ਨਾਂ ਦੇ ਉੱਤੇ ਸਿਰ ਤੇ ਉੱਤੇ ਚੜਾਤਾ, ਜਿਹੜੇ ਨੂੰ ਮੇਰਾ ਖਿਆਲ ਆ ਵੀ ਆਉਣ ਵਾਲੀਆਂ ਪੁਸ਼ਤਾਂ ਕਦੇ ਉਤਾਰ ਨਹੀਂ ਸਕਦੀਆਂ, ਨਾ ਉਤਰੇਗਾ, ਕਿਉਂਕਿ ਇਹ ਤਾਂ ਇਤਿਹਾਸ ਬਣ ਕੇ ਰਹਿ ਗਿਆ। ਇਸ ਇਤਿਹਾਸ ਦੇ ਵਿੱਚ ਇਹਦੇ ਜਿਹੜੇ ਪੰਨੇ ਆ ਜਦੋਂ ਖੋਲੋਗੇ, ਜੇ ਸਾਹਿਬਜ਼ਾਦਿਆਂ ਨੂੰ ਯਾਦ ਕਰੋਗੇ ਤਾਂ ਦੀਵਾਨ ਟੋਡਰਮਲ ਨੂੰ ਵੀ ਯਾਦ ਕਰੋਗੇ, ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਯਾਦ ਕਰੋਗੇ, ਸ਼ੇਰ ਮੁਹੰਮਦ ਖਾਨ ਨੂੰ ਵੀ ਯਾਦ ਕਰੋਗੇ। ਔਰ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਇਹਨਾਂ ਨੂੰ ਯਾਦ ਕਰੀਏ, ਯਾਦ ਰੱਖੀਏ। ਔਰ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੁਸ਼ਤਾਂ, ਨਸਲਾਂ ਜਿਹੜੀਆਂ ਅੱਜ ਸਿਰਫ ਇੱਥੇ ਫੋਟੋਆਂ ਖਿੱਚਦੀਆਂ ਫਿਰਦੀਆਂ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਇਹਨਾਂ ਗੱਲਾਂ ਦੇ ਨਾਲ ਵੀ ਇਹ ਜਗ੍ਹਾ ਕੀ ਹੈਗੀ ਆ, ਇਹਦੀ ਧਾਰਮਿਕ ਵੈਲਿਊ ਕੀ ਹੈਗੀ ਆ, ਇਸ ਬੰਦੇ ਦੀ ਕੁਰਬਾਨੀ ਕੀ ਹੈਗੀ ਆ, ਇਹਨਾਂ ਗੱਲਾਂ ਤੱਕ ਕੋਈ ਮਤਲਬ ਨਹੀਂ ਹੈਗਾ। ਇਹਦੇ ਵੱਲ ਨੂੰ ਪਿੱਠ ਕਰਕੇ ਜਿਹੜਾ ਹੈਗਾ ਆਪਣੀ ਫੋਟੋ ਖਿਚਾ ਲੈਂਦੇ। ਇੱਕ ਇਹ ਵੀ ਮੈਨੂੰ ਫੈਕਟਰ ਲੱਗਦਾ ਕਿ ਕਿਉਂਕਿ ਆਪਾਂ ਪ੍ਰਚਾਰ ਤਾਂ ਕਹਿੰਦੇ ਆਗੇ ਵੀ ਬਹੁਤ ਪ੍ਰਚਾਰ ਹੋ ਰਿਹਾ, ਪਰ ਜਿਹੜੀਆਂ ਇਹ ਚੀਜ਼ਾਂ ਨੇ, ਮੰਨ ਲਓ ਬਾਬਾ ਮੋਤੀ ਰਾਮ ਮਹਿਰਾ ਜੀ ਹੋ ਗਏ, ਦੀਵਾਨ ਟੋਡਰਮਲ ਜੀ ਹੋ ਗਏ, ਕਿਤੇ ਨਾ ਕਿਤੇ ਸਾਡੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਗਾ, ਕਿਉਂਕਿ ਨਵੀਂ ਪੀੜ੍ਹੀ ਨੂੰ ਵੀ ਤਾਂ ਹੀ ਪਤਾ ਲੱਗੂ ਜੇ ਸਾਡੇ ਪ੍ਰਚਾਰਕ ਸਾਡੇ ਘਰ ਦੇ ਜਾਂ ਵੱਡੇ ਦੱਸਣਗੇ। ਬਹੁਤ ਚੰਗਾ ਤੁਹਾਡਾ ਸਵਾਲ ਹੈ। ਦੇਖੋ, ਇਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ 4 ਗੇਟ ਹੈ। ਇੱਕ ਬਾਬਾ ਮੋਤੀ ਰਾਮ ਮਹਿਰਾ ਦੇ ਨਾਂ ਤੇ ਆ, ਇੱਕ ਦੀਵਾਨ ਟੋਡਰਮਲ ਦੇ ਨਾਂ ਦੇ ਉੱਤੇ ਹੈਗਾ, ਇੱਕ ਸ਼ੇਰ ਮੁਹੰਮਦ ਖਾਨ ਦੇ ਨਾਂ ਤੇ ਹੈਗਾ, ਇੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਹੈਗਾ। ਇਸ ਸਾਰੇ ਫਤਿਹਗੜ੍ਹ ਦੇ ਆਲੇ ਦੁਆਲੇ 4 ਗੇਟ ਹੈ, ਉਹ ਵੀ ਇਹਨੇ ਚਾਰੇ ਸ਼ਖਸੀਅਤਾਂ ਦੇ ਨਾਂ ਤੇ ਆ। ਇਸੇ ਜਗ੍ਹਾ ਦੇ ਉੱਤੇ ਦੀਵਾਨ ਟੋਡਰਮਲ ਦੇ ਨਾਂ ਦੇ ਉੱਤੇ ਬਹੁਤ ਵੱਡਾ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ ਵਾ। ਉਹਨਾਂ ਦੀਆਂ ਯਾਦਾਂ ਨੂੰ ਤਾਂ ਬਣਾਇਆ ਵਾ, ਸਾਂਭਿਆ ਵਾ ਹੈਗਾ, ਪਰ ਜਦੋਂ ਅਸੀਂ ਉਹਦੇ ਥੱਲੇ ਦੀ ਲੰਘਦੇ ਹਾਂ ਤਾਂ ਅਸੀਂ ਆਪਣੇ ਬੱਚੇ ਨੂੰ ਵੀ ਕਦੇ ਨਹੀਂ ਦੱਸਣ ਦੀ ਕੋਸ਼ਿਸ਼ ਕੀਤੀ ਇਹ ਹੈ ਕੌਣ ਸੀ। ਠੀਕ ਹੈ ਨਹੀਂ, ਮੈਂ ਤੁਹਾਨੂੰ ਹੋਰ ਦੱਸਦਾ, ਇਹ ਜਿਹੜੀ ਧਰਤੀ ਹੈਗੀ ਆ ਅੱਜ ਐਜੂਕੇਸ਼ਨ ਦਾ ਸੈਂਟਰ ਬਣੀ ਵੀ। ਐਜੂਕੇਸ਼ਨ ਦਾ ਸੈਂਟਰ ਕਿਉਂ ਬਣਿਆ? ਮੈਂ ਤੁਹਾਨੂੰ ਸਵਾਲ ਕਰਦਾ ਕਿ ਐਜੂਕੇਸ਼ਨ ਦਾ ਸੈਂਟਰ ਕਿਉਂ ਬਣਿਆ? ਕਿਉਂਕਿ ਇਸ ਜਗ੍ਹਾ ਦੇ ਉੱਤੇ ਇੱਕ ਐਡਾ ਵੱਡਾ ਐਜੂਕੇਸ਼ਨ ਦਾ ਸੈਂਟਰ ਸੀ, ਜਿਹਦੇ ਆਲੇ ਦੁਆਲੇ ਅੱਜ ਐਜੂਕੇਸ਼ਨ ਸੈਂਟਰ ਖੁੱਲ੍ਹ ਗਏ, ਜਿਹਦੇ ਵਿੱਚ ਇੱਕ ਵੀ ਹੋਸਟਲ ਹੈ ਜਿਹੜਾ ਉਹ ਸਿੱਖ ਕੌਮ ਤੋਂ ਬਿਨਾਂ, ਸਿੱਖ ਕੌਮ ਦੇ ਯੋਧਿਆਂ ਤੋਂ ਬਿਨਾਂ, ਉਹਨਾਂ ਦੇ ਨਾਮਾਂ ਤੋਂ ਬਿਨਾਂ, ਚਾਹੇ ਉਹ ਹੋਸਟਲ ਸੀ, ਚਾਹੇ ਉਹ ਮਤਲਬ ਕੋਈ ਬਿਲਡਿੰਗਾਂ ਹੈਗੀਆਂ ਬਾਬਾ ਅਜੇ ਸਿੰਘ ਦੇ ਨਾਂ ਤੇ, ਬਾਬਾ ਬਾਜ ਸਿੰਘ ਦੇ ਨਾਂ ਤੇ, ਬਾਬਾ ਵਿਨੋਦ ਸਿੰਘ ਦੇ ਨਾਂ ਤੇ ਰੱਖੀਆਂ, ਪਰ ਜਿਹੜੇ ਉੱਥੇ ਪੜ੍ਹਨ ਵਾਲੇ ਹੈਗੇ ਉਹਨਾਂ ਨੇ ਵੀ ਕਦੇ ਨਹੀਂ ਪੁੱਛਿਆ। ਹੁਣ ਮੈਂ ਤੁਹਾਨੂੰ ਨਾ ਇੱਕ ਗੱਲ ਅੱਜ ਕਹਿਣਾ ਕਿ ਜਿਹੜਾ ਐਜੂਕੇਸ਼ਨ ਦਾ ਸੈਂਟਰ ਸੀ ਉਹ ਕਿਹੜਾ ਸੀ? ਉਹ ਐਜੂਕੇਸ਼ਨ ਦਾ ਸੈਂਟਰ ਸੀ ਠੰਡਾ ਬੁਰਜ। ਉਹ ਇੱਕ ਐਸਾ ਐਪੀ ਸੈਂਟਰ ਸੀ ਜਿਸ ਥਾਂ ਦੇ ਉੱਤੇ ਉਹ ਸਿੱਖਿਆ ਸਾਹਿਬਜ਼ਾਦਿਆਂ ਨੂੰ ਦਿੱਤੀ ਗਈ, ਜਿਹੜੀ ਸਿੱਖਿਆ ਉਹਨਾਂ ਨੇ ਆਪਣੇ ਹਿਰਦਿਆਂ ਦੇ ਵਿੱਚ ਧਾਰਨ ਕਰਕੇ ਉਸ ਸਿੱਖਿਆ ਤੇ ਚੱਲੇ। ਅਸੀਂ ਕਿਤੇ ਨਾ ਕਿਤੇ ਨਾ ਅਸੀਂ ਸਿੱਖਿਆ ਲਈ, ਨਾ ਹਿਰਦਿਆਂ 'ਚ ਰੱਖੀ, ਨਾ। ਮੈਂ ਕਹਿਣਾ
ਕਿ ਸਭ ਤੋਂ ਵੱਡਾ ਫਤਿਹਗੜ੍ਹ ਸਾਹਿਬ ਦੇ ਵਿੱਚ ਜੇ ਕੋਈ ਸਕੂਲ ਹੈਗਾ, ਸਿੱਖ ਕੌਮ ਦੇ ਵਿੱਚ ਕੋਈ ਸਕੂਲ ਹੈਗਾ, ਤਾਂ ਉਹ ਠੰਡਾ ਬੁਰਜ ਹੈ। ਉਹ ਸਕੂਲ ਹੈ ਜਿੱਥੋਂ ਸਾਹਿਬਜ਼ਾਦਿਆਂ ਨੂੰ ਪੜ੍ਹਾ ਕੇ ਮਾਤਾ ਗੁਜਰੀ ਜਿਹੜੀ ਹੈਗੀ ਆ ਉਹ ਸੂਬੇ ਦੀ ਕਚਹਿਰੀ ਦੇ ਵਿੱਚ ਭੇਜਦੀ ਸੀ, ਜਿੱਥੇ ਜਾ ਕੇ ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈਗੀ ਆ ਪ੍ਰਵਾਨ ਹੁੰਦੀ ਸੀ। ਸਾਹਿਬ ਜਿਵੇਂ ਮੰਨ ਲਓ ਤੁਸੀਂ ਗੱਲ ਕਿਹਾਗਾ ਵੀ ਹਾਂ ਇਹ ਐਜੂਕੇਸ਼ਨ ਦਾ ਸਕੂਲ ਸੀਗਾ, ਮੰਨ ਲਓ ਠੰਡਾ ਬੁਰਜ, ਤੇ ਉੱਥੇ ਮਾਤਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮੰਨ ਲਓ ਉਹ ਸਿੱਖਿਆ ਦਿੱਤੀ। ਤਾਂ ਅੱਜ ਦੇ ਸਮੇਂ ਦੇ ਵਿੱਚ ਜੇ ਮੈਂ ਦੇਖਾਂ ਸੋਸ਼ਲ ਮੀਡੀਆ ਤੇ ਸ਼ਾਇਦ ਤੁਸੀਂ ਵੀ ਦੇਖਿਆ ਹੋਵੇ, ਇੰਜੀਨੀਅਰਿੰਗ ਕਾਲਜ ਹੈ ਇੱਥੇ ਇੱਕ ਬੜਾ ਵੱਡਾ ਨਾਮ ਆ, ਤੇ ਉਸ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੇ ਆਪਾਂ ਲਾਈਏ ਜਿਹੜੇ ਸਟੂਡੈਂਟ ਨੇਗੇ ਆਪਣੇ ਪੰਜਾਬ ਦੇ, ਆਪਣੇ ਆਲੇ ਦੁਆਲੇ ਦੇ ਜਿਹੜੇ ਹੈ ਸੀ, ਉਹ ਤਾਂ ਕਿਤੇ ਦਿਖਦੇ ਨਹੀਂ, ਬਾਹਰ ਦੀ ਦੌੜ ਲੱਗੀ ਹੋਈ ਆ। ਪਰ ਉੱਥੇ ਫਰੈਸ਼ਰ ਪਾਰਟੀਆਂ ਵੀ ਹੋਈਆਂ, ਦੂਸਰੀ ਸਟੇਟ ਦੇ ਗਾਣੇ ਚੱਲੇ, ਇੱਕ ਵੀ ਬੰਦਾ ਸਰਦਾਰ ਦੇਖਣ ਨੂੰ ਨਹੀਂ ਮਿਲਿਆ ਉੱਥੇ। ਉਹ ਚੀਜ਼ ਦੇਖ ਕੇ ਮੰਨ ਲਓ ਉਹ ਵਾਇਰਲ ਵੀ ਲੋਕਾਂ ਨੇ ਬੜੀ ਕੀਤੀ, ਬਾਹਰਲੇ ਲੋਕਾਂ ਨੇ ਵੀ ਬੜੀਆਂ ਚੀਜ਼ਾਂ ਦੇਖੀਆਂ। ਮੰਨ ਲਓ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੰਨ ਲਓ ਇੱਕ ਤਾਂ ਇਹ ਐਜੂਕੇਸ਼ਨ ਸੈਂਟਰ ਦਾ ਪਹਿਲਾਂ ਹੀ ਹਿਸਟੋਰੀਕਲੀ ਮੰਨ ਲਓ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ ਐਡੀ ਵੱਡੀ ਸਿੱਖਿਆ ਦਿੱਤੀ ਕੁਰਬਾਨੀ ਦੇ ਕੇ, ਤਾਂ ਇਸ ਚੀਜ਼ ਦਾ ਰੀਜ਼ਨ ਕੀ ਮੰਨਦੇ ਹੋ, ਕਾਰਨ ਕੀ ਮੰਨਦੇ ਹੋ? ਗੁਰੂਆਂ ਦੀ ਧਰਤੀ ਦੇ ਉੱਪਰ ਇੱਥੇ ਨੂੰ ਛੱਡ ਕੇ ਬਾਹਰ ਨੂੰ ਭੱਜ ਰਹੇ ਹਾਂ ਅਸੀਂ, ਮਤਲਬ ਇੱਥੇ ਦੂਜੇ ਬੰਦੇ ਕਰ ਰਹੇ ਨੇਗੇ। ਇਹ ਜ਼ਿੰਮੇਵਾਰੀਆਂ ਸਾਰਿਆਂ ਦੀਆਂ, ਸਾਡੀਆਂ ਵੀ ਆ, ਤੁਹਾਡੀਆਂ ਵੀ ਆ। ਇਹ ਕਾਕਾ ਜੀ ਦੇ ਨਾਲ ਮੈਂ ਗੱਲ ਕਰਦਾ ਸੀ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੱਗਾਂ ਦਾ ਬਹੁਤ ਵੱਡਾ ਉਹ ਲਾਉਂਦੇ ਆ, ਲੰਗਰ ਲਾਉਂਦੇ ਆ, ਪੱਗਾਂ ਸਿਖਾਉਂਦੇ ਵੀ ਆ। ਪਰ ਮੈਂ ਕਿਹਾ ਵੀ ਕਾਕਾ ਰੱਖਦੇ ਕਿੰਨੇ ਆ ਮੁੜ ਕੇ, ਠੀਕ ਹੈ ਨਹੀਂ? ਕਿਤੇ ਨਾ ਕਿਤੇ ਇਹ ਸਿੱਖਿਆ ਜਿਵੇਂ ਮਾਤਾ ਗੁਜਰੀ ਨੇ ਆਪਣੇ ਬੱਚਿਆਂ ਨੂੰ ਦਿੱਤੀ ਨਾ, ਪੋਤਿਆਂ ਨੂੰ ਦਿੱਤੀ, ਇਹ ਸਿੱਖਿਆ ਸਾਡੇ ਘਰਾਂ ਦੇ ਵਿੱਚੋਂ ਆਉਣੀ ਚਾਹੀਦੀ ਆ। ਔਰ ਜਿੱਥੋਂ ਤੱਕ ਤੁਸੀਂ ਗੱਲ ਕਰਦੇ ਆ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੀ, ਦੇਖੋ ਇਹ ਐਜੂਕੇਸ਼ਨ ਹੈ ਜਿਹੜੀ, ਜੇ ਸਾਡੇ ਵਾਲੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਾ ਕੇ ਆਪਣੀ ਕਿਰਪਾਨ ਲਈ ਉੱਥੇ ਲੜਾਈ ਲੜ ਸਕਦੇ ਆ, ਉੱਥੇ ਪੰਜਾਬੀ ਗਾਣੇ ਚਲਾ ਸਕਦੇ ਆ, ਤਾਂ ਜੇ ਜਿਸ ਤਰ੍ਹਾਂ ਦਾ ਸਟੂਡੈਂਟ ਉਰੇ ਆਊਗਾ ਉਹੀ ਜਿਹੀਆਂ ਗੱਲਾਂ ਉਹ ਕਰੂਗਾ, ਔਰ ਉਹ ਕਰ ਰਹੇ ਹੈਗੇ ਆ। ਪਰ ਸਵਾਲ ਇਹ ਹੈਗਾ ਉਹ ਆਏ ਕਿਉਂ? ਕਿਉਂਕਿ ਸਾਡੇ ਵਾਲੇ ਤਾਂ ਤੁਰ ਗਏ। ਹੁਣ ਦੂਜੀ ਗੱਲ, ਉਹ ਰੱਖਣੇ ਕਿਉਂ ਪਏ? ਜਿਹੜੇ ਪ੍ਰੋਫੈਸਰ ਆ ਉਹ ਤਾਂ ਸਟ੍ਰਾਈਕਾਂ ਕਰਦੇ ਆ, ਉਹ ਤਾਂ ਕਹਿੰਦੇ ਆ ਵੀ ਸਾਡੇ ਜਿਹੜੇ ਹੈਗੇ ਆ ਸਾਨੂੰ ਇਨਕਰੀਮੈਂਟ ਲਾਓ ਜੀ, ਇੰਨੇ ਰੁਪਈਏ ਦਿਓ। ਉਹਨਾਂ ਨੂੰ ਐਜੂਕੇਸ਼ਨ ਉਹ ਜਿਹੜਾ ਐਡਾ ਬੜਾ ਇਨਫਰਾਸਟਰਕਚਰ ਲੱਗਿਆ ਵਾ, ਬਣਿਆ ਵਾ, ਉਹਨੂੰ ਤਾਂ ਚਲਾਉਣਾ ਕਿਸੇ ਤਰੀਕੇ ਦੇ ਨਾਲ। ਉਹਦਾ ਬਿਜਲੀ ਦੇ ਬਿੱਲ ਵੀ ਆਉਣੇ ਆ, ਉਹਦੀ ਮੇਨਟੇਨੈਂਸ ਵੀ ਹੋਣੀ ਆ, ਪ੍ਰੋਫੈਸਰਾਂ ਨੇ ਤਨਖਾਹਾਂ ਵੀ ਗਲ ਘੁੱਟ ਕੇ ਲੈਣੀਆਂ ਹੀ ਲੈਣੀਆਂ। ਸੋ ਇਹਦੇ ਵਾਸਤੇ ਤਾਂ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਨਾ, ਇਹ ਕੰਟਰੀਬਿਊਟਰੀ ਜ਼ਿੰਮੇਵਾਰੀਆਂ ਬਣ ਗਈਆਂ। ਔਰ ਇਹ ਜ਼ਿੰਮੇਵਾਰੀਆਂ ਨੂੰ ਕਦੇ ਵੀ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ, ਸਾਰੇ ਹੀ ਜ਼ਿੰਮੇਵਾਰ। ਇੱਥੋਂ ਦੀਆਂ ਪਾਰਟੀਆਂ ਵੀ ਮੰਨ ਲਓ ਪੰਜਾਬ ਨੂੰ ਰਿਪਰੈਜ਼ੈਂਟ ਕਰਦੀਆਂ ਰਹੀਆਂ ਗਈਆਂ। ਉੱਥੇ ਜਿਹੜੇ ਬੰਦਿਆਂ ਦੀ ਮੈਂ ਗੱਲ ਕਰਦਾਗਾ, ਉੱਥੇ ਦਸਤਾਰ ਵੀ ਉਤਾਰੀ ਗਈ ਸੀ ਪਿਛਲੀ ਵਾਰ, ਤੁਹਾਨੂੰ ਸ਼ਾਇਦ ਪਤਾ ਹੋਵੇ। ਮੰਨ ਲਓ ਉਹ ਚੀਜ਼ਾਂ ਦੇਖ ਕੇ ਕਿਤੇ ਨਾ ਕਿਤੇ ਮੰਨ ਲਓ ਆਪਾਂ ਕਹਿੰਦੇ ਆਗੇ ਠੀਕ ਆ ਆਪਾਂ ਬਾਹਰ ਜਾਂਦੇ ਆਗੇ, ਪਰ ਆਪਣੇ ਬੰਦਿਆਂ ਦਾ ਕਦੇ ਐਂ ਨਹੀਂ ਦੇਖਿਆ ਰੇਸਿਜ਼ਮ ਕੀਤੀ ਹੋਵੇ ਕਿਸੇ ਨਾਲ। ਮੰਨ ਲਓ ਆਪਾਂ ਇੱਥੇ ਵੀ ਨਹੀਂ ਕਰਦੇ, ਮੰਨ ਲਓ ਆਪਣੇ ਕੰਮ ਇੱਥੇ ਪਹਿਲਾਂ ਤੋਂ ਹੀ ਆਉਂਦੇ ਨੇਗੇ, ਜੀਰੀ ਲਾਉਣ ਆਉਂਦੇ ਨੇ ਜਾਂ ਹੋਰ ਕਰਦੇ। ਮਤਲਬ ਇਹ ਚੀਜ਼ਾਂ ਦੇਖ ਕੇ ਕਿਤੇ ਨਾ ਕਿਤੇ ਸੋਚਣਾ ਜ਼ਰੂਰ ਸਾਨੂੰ ਪੈਂਦਾ ਹੈਗਾ ਵੀ ਮੰਨ ਲਓ ਦਸਤਾਰ ਨੂੰ ਹੱਥ ਜਦੋਂ ਪੈਂਦਾ ਤਾਂ ਇਸ ਧਰਤੀ ਦੇ ਉੱਪਰ ਉਹ ਵੀ ਦੇਖੋ ਪੋਲੀਟੀਕਲ ਉਹ ਹੈਗੀ ਆ। ਤੁਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਜਿੰਨਾ ਮਰਜ਼ੀ ਪੋਜ਼ਿਟਿਵਲੀ ਲੈ ਲਓ ਜਾਂ ਨੈਗੇਟਿਵਲੀ ਲੈ ਲਓ, ਇਹ ਤੁਹਾਡੇ ਤੇ ਮਨਸਰ ਕਰਦਾ ਹੈਗਾ। ਹੁਣ ਤੁਸੀਂ ਪਿਛਲੇ ਟਾਈਮਾਂ ਦੇ ਵਿੱਚ ਇਹ ਚੀਜ਼ਾਂ ਬਾਹਰ ਵੀ ਬੀਤਦੀਆਂ ਹੈਗੀਆਂ, ਉਹ ਗੋਰਿਆਂ ਨੂੰ ਲੱਗਦਾ ਹੋਊਗਾ ਵੀ ਇਹ ਧੱਕੇ ਨਾਲ ਪੱਗਾਂ ਵਾਲੇ ਕਬਜ਼ਾ ਕਰ ਗਏ, ਤੇ ਇਹ ਸਾਰੀਆਂ ਗੱਲਾਂ ਤਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਰੋਕਣਾ ਕਿਹਨੇ ਆ? ਤੁਸੀਂ ਜੇ ਕੋਈ ਤੁਹਾਨੂੰ ਰਿਪਰੈਜ਼ੈਂਟ ਕਰਦਾ ਉਸੇ ਨੇ ਨਹੀਂ ਰੋਕਣਾ ਹੈਗਾ। ਤੁਹਾਡੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਵੀ ਉਸ ਚੀਜ਼ ਨੂੰ ਰੋਕਣਾ ਹੈਗਾ। ਜਦੋਂ ਤੁਸੀਂ ਛੋਟੀਆਂ ਗੱਲਾਂ ਪਿੱਛੇ ਵੀ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕੰਮ ਲਈ ਰੋਕਤਾ, ਤੇ ਉਸ ਕੰਮ ਲਈ ਤੁਸੀਂ ਜਿਹੜਾ ਹੈਗਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਸਾਹਮਣੇ ਜਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਂਗੇ, ਠੀਕ ਹੈ ਨਹੀਂ? ਤੇ ਫਿਰ ਜ਼ਿੰਮੇਵਾਰੀ ਦਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਬਣਦੀ ਹੈ ਨਾ, ਔਰ ਉਹ ਜ਼ਿੰਮੇਵਾਰ ਹੈ। ਅੰਤ ਦੇ ਵਿੱਚ ਸੰਗਤ ਨੂੰ ਕੀ ਕਹਿਣਾ ਚਾਹੋਗੇ ਦੀਵਾਨ ਟੋਡਰਮਲ ਦੀ ਇਸ ਹਵੇਲੀ ਦੇ ਬਾਬਤ, ਤੇ ਸਾਡੇ ਪ੍ਰਚਾਰਕ ਨੇ ਜਿਹੜੇ ਜਾਂ ਸਾਡੇ ਨੁਮਾਇੰਦਾ ਜਮਾਤ ਆ ਜਿਹੜੀ ਸਾਡੀ ਸਿੱਖ ਕੌਮ ਦੀ? ਮੈਂ ਇਹੀ ਕਹਿਣਾ ਚਾਹੂੰਗਾ ਕਿ ਜਦੋਂ ਫਤਿਹਗੜ੍ਹ ਸਾਹਿਬ ਆਵੋ, ਜਦੋਂ ਨੀਹਾਂ ਨੂੰ ਨਮਸਕਾਰ ਕਰੋ, ਤਾਂ ਉਹ ਜਦੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹ ਜਗ੍ਹਾ ਦੇਖੋ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ,
ਜਿਸ ਨੂੰ ਅੱਜ ਸਭ ਤੋਂ ਮਹਿੰਗੀ ਧਰਤੀ ਕਿਹਾ ਜਾਂਦਾ, ਤਾਂ ਇਹ ਜ਼ਰੂਰ ਸੋਚਿਓ ਕਿ ਇਹਦੇ ਪਿੱਛੇ ਕੌਣ ਸੀ। ਕੀ ਅਸੀਂ ਉਹਨੂੰ ਕਿਤੇ ਭੁੱਲਦੇ ਤਾਂ ਨਹੀਂ ਜਾ ਰਹੇ? ਕੀ ਉਸ ਦੀਵਾਨ ਟੋਡਰਮਲ ਨੂੰ ਅਸੀਂ ਕਿਤੇ ਜਿਹੜਾ ਹੈਗਾ ਅੱਖੋਂ ਪਰੋਖੇ ਤਾਂ ਨਹੀਂ ਕਰ ਰਹੇ? ਤੇ ਇਹ ਸਾਨੂੰ ਜ਼ਰੂਰ ਸੋਚਣਾ ਪਊਗਾ। ਔਰ ਜਿਹੜੀਆਂ ਵੀ ਧਿਰਾਂ ਹੈਗੀਆਂ ਇਹਨਾਂ ਦੇ ਵਿੱਚ ਮੈਂ ਖਾਸ ਤੌਰ ਤੇ ਜਿਹੜਾ ਹੈਗਾ ਇਹ ਜਿਹੜੀ ਹੈਗੀ ਆ ਦੀਵਾਨ ਟੋਡਰਮਲ ਫਾਊਂਡੇਸ਼ਨ, ਇਹ ਬਾਹਰ ਦੀ ਸੰਗਤ ਜਿਹੜੀ ਅਮਰੀਕਾ, ਕੈਨੇਡਾ ਔਰ ਜਿਹਦੇ ਵਿੱਚ ਜਰਮਨੀ, ਇੰਗਲੈਂਡ, ਇਹ ਸੰਗਤਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਘੱਟੋ ਘੱਟ ਸੋਚਿਆ ਤਾਂ ਸਹੀ ਇਹਦੇ ਬਾਰੇ। ਔਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਖਾਸ ਤੌਰ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਵੀ ਸਪੈਸ਼ਲ ਧੰਨਵਾਦ ਕਰਦਾ ਕਿ ਉਹਨਾਂ ਨੇ ਪ੍ਰਧਾਨ ਹੁੰਦੇ ਹੋਏ ਜਾਤੀ ਐਫਰਟਸ ਕਰਕੇ ਜਿਹੜਾ ਹੈਗਾ ਇਸ ਦਾ ਕੰਮ ਜਿਹੜਾ ਹੈਗਾ ਸਟਾਰਟ ਕਰਵਾਇਆ। ਔਰ ਨਾਲ ਦੀ ਨਾਲ ਮੈਂ ਲੋਕਾਂ ਨੂੰ ਇੱਕ ਤਾਕੀਦ ਵੀ ਕਰਦਾ ਕਿ ਜਦੋਂ ਉਰੇ ਆਓ ਕਦੇ ਕਿਸੇ ਚੀਜ਼ ਨੂੰ ਟੱਚ ਨਾ ਕਰੋ, ਕਿਉਂਕਿ ਇਸ ਦੀ ਜੇ ਇੱਕ ਇੱਟ ਵੀ ਟੁੱਟ ਜਾਂਦੀ ਹੈ ਤਾਂ ਉਹ ਜੋੜਨੀ ਬਹੁਤ ਔਖਾ ਕੰਮ ਹੈ, ਕਿਉਂਕਿ ਇਸ ਲਈ ਸਾਨੂੰ ਹਾਈ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਤੋੜਨ ਦੀ ਪਰਮਿਸ਼ਨ ਤਾਂ ਤੋੜ ਕੇ ਤੋੜਨ ਵਾਲਾ ਲੰਘ ਜਾਂਦਾ, ਜੋੜਨ ਵਾਸਤੇ ਬਹੁਤ ਲੰਬੀ ਜਿਹੜੀ ਹੈਗੀ ਹੈ ਕਾਨੂੰਨੀ ਪ੍ਰਤੀਕਿਰਿਆ ਦੇ ਵਿੱਚੋਂ ਲੰਘਣਾ ਪੈਂਦਾ। ਸੋ ਆਓ ਦੇਖੋ, ਇਸ ਜਗ੍ਹਾ ਨੂੰ ਆਪਣੇ ਹਿਰਦਿਆਂ 'ਚ ਵਸਾਓ, ਪਰ ਕਿਸੇ ਚੀਜ਼ ਨੂੰ ਟੱਚ ਨਾ ਕਰੋ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੀ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਕਿੰਨੀ ਮੁਸ਼ੱਕਤ ਦੇ ਨਾਲ ਇਹ ਹਵੇਲੀ ਆ ਜਿਹੜੀ ਤਿਆਰ ਹੋ ਰਹੀ ਆ, ਤੇ ਦੀਵਾਨ ਟੋਡਰਮਲ ਫਾਊਂਡੇਸ਼ਨ ਵੱਲੋਂ ਇਹ ਤਿਆਰ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦਾ ਕੀ ਯੋਗਦਾਨ ਰਿਹਾ ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਜਦੋਂ ਅਸੀਂ ਸਾਹਿਬਜ਼ਾਦਿਆਂ ਦੇ ਨਤਮਸਤਕ ਹੋਣ ਆਉਂਦੇ ਆ, ਜੋਤੀ ਸਰੂਪ ਸਾਹਿਬ ਮੱਥਾ ਟੇਕਦੇ ਆ, ਤਾਂ ਉਹਨਾਂ ਦਾ ਕਹਿਣਾ ਕਿ ਜ਼ਰੂਰ ਇਹ ਵੀ ਖਿਆਲ ਰੱਖਿਆ ਕਰੋ ਕਿ ਉਸ ਜਗ੍ਹਾ ਨੂੰ ਖਰੀਦ ਕੇ ਉੱਥੇ ਸੰਸਕਾਰ ਜਿਨ੍ਹਾਂ ਨੇ ਕੀਤਾ ਸੀ ਦੀਵਾਨ ਟੋਡਰਮਲ ਜੀ ਨੇ, ਉਹਨਾਂ ਦੀ ਹਵੇਲੀ ਅੱਜ ਕਿਸ ਤਰ੍ਹਾਂ ਖੰਡਰ ਬਣ ਗਈ ਸੀ, ਪਰ ਇਹਨਾਂ ਵੱਲੋਂ ਉਸ ਹਵੇਲੀ ਦੀ ਹੈ ਜਿਹੜੀ ਸੇਵਾ ਕਰਵਾਈ ਜਾ ਰਹੀ ਹੈ। ਤਾਂ ਜ਼ਰੂਰ ਲੋੜ ਹੈ ਇਹਨਾਂ ਵਿਰਾਸਤੀ ਚੀਜ਼ਾਂ ਨੂੰ ਸਾਂਭਣ ਦੀ, ਜਿਨ੍ਹਾਂ ਨੇ ਸਾਨੂੰ ਚਾਨਣ ਦੇਣਾ ਹੈ, ਸਾਡੇ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣਨਾ ਹੈ। ਕੈਮਰਾ ਪਰਸਨ ਕ੍ਰਿਸ਼ਨ ਦੇ ਨਾਲ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ, ਸ਼੍ਰੀ ਫਤਿਹਗੜ੍ਹ ਸਾਹਿਬ।